ਸਰਦਾਰ ਹਰੀ ਸਿੰਘ ਨਲਵਾ। ਸਰਦਾਰ ਹਰੀ ਸਿੰਘ ਨਲਵੇ ਦਾ ਨਾਮ ਸਿੱਖ ਜਰਨੈਲਾਂ ਤੇ ਮਹਾਨ ਸ਼ਖਸੀਅਤਾਂ ਦੀ ਪਹਿਲੀ ਕਤਾਰ ਵਿੱਚ ਹੈ ਤੇ ਅੱਜ ਵੀ ਕੌਮ ਦੇ ਬੱਚੇ ਦੀ ਜ਼ੁਬਾਨ ਤੇ ਸਰਦਾਰ ਹਰੀ ਸਿੰਘ ਨਲਵੇ ਦੀ ਵੀਰਤਾ, ਕੁਰਬਾਨੀ ਤੇ ਤਿਆਗ ਦੀ ਗੱਲ ਚੱਲ ਰਹੀ ਹੈ। ਸਿੱਖ ਸ਼ਹੀਦਾਂ ਦੀ ਲੜੀ ਦਾ ਇਹ ਬਹੁਮੁੱਲਾ ਮੋਤੀ ਕੌਮ ਲਈ ਇੱਕ ਰੋਸ਼ਨ ਮਨਾਰਾ ਬਣ ਗਿਆ ਹੈ ਤੇ ਵੀਰਤਾ ਦੀ ਜਿੱਥੇ ਵੀ ਗੱਲ ਹੁੰਦੀ ਹੈ ਉੱਥੇ ਸਰਦਾਰ ਹਰੀ ਸਿੰਘ ਨਲਵੇ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ। ਸ਼ੁਕਰ ਚੱਕੀਆਂ ਮਿਸਲ ਦੇ ਇੱਕ ਕੁੰਮੇਦਾਨ ਸਰਦਾਰ ਗੁਰਦਿਆਲ ਸਿੰਘ ਉੱਪਲ ਦੇ ਘਰ 1791 ਈਸਵੀ ਨੂੰ ਸਰਦਾਰ ਹਰੀ ਸਿੰਘ ਦਾ ਜਨਮ ਹੋਇਆ। ਪਿਤਾ ਨੇ ਬੜੇ ਲਾਡ ਨਾਲ ਪਾਲਿਆ ਤੇ ਪੰਜਾਬੀ ਤੇ ਫਾਰਸੀ ਪੜ੍ਹਾਉਣ ਲਈ 2 ਅਧਿਆਪਕ ਨਿਯਤ ਕਰ ਦਿੱਤੇ। 7 ਸਾਲਾਂ ਦੀ ਉਮਰ ਵਿੱਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ ਮਾਂ ਸਰਦਾਰਨੀ ਧਰਮ ਕੌਰ ਇਹਨਾਂ ਨੂੰ ਲੈ ਕੇ ਆਪਣੇ ਭਰਾ ਪਾਸ ਚਲੀ ਗਈ ਤੇ ਉੱਥੇ ਹੀ ਸਰਦਾਰ ਹਰੀ ਸਿੰਘ ਦੀ ਪਾਲਣਾ ਹੋਈ। ਸਾਰੇ ਜੰਗੀ ਕਰਤੱਵ ਸਿੱਖ ਲਏ ਤੇ ਹੋਣਹਾਰ ਇਤਨੇ ਸਨ ਕਿ ਜਿਸ ਵੀ ਮੁਕਾਬਲੇ ਵਿੱਚ ਜਾਂਦੇ ਸਦਾ ਜਿੱਤ ਕੇ ਆਉਂਦੇ। ਫਾਰਸੀ ਲਿਖਣ ਪੜ੍ਹਨ ਵਿੱਚ ਵੀ ਆਪ ਨੇ ਕਮਾਲ ਹਾਸਲ ਕਰ ਲਿਆ। 1805 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਵਿੱਚ ਆਪਣਾ ਬਸੰਤੀ ਦਰਬਾਰ ਲਾਇਆ ਤਾਂ ਉਸ ਵਿੱਚ ਸਰਦਾਰ ਹਰੀ ਸਿੰਘ ਨੇ ਪਹਿਲੀ ਵਾਰ ਆ ਕੇ ਆਪਣੇ ਜੰਗੀ ਕਰਤੱਵ ਦਿਖਾਏ। 14 ਸਾਲਾਂ ਦੇ ਗੱਭਰੂ ਦੀ ਸ਼ਸਤਰ ਵਿੱਦਿਆ ਵਿੱਚ ਨਿਪੁੰਨਤਾ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਬਹੁਤ ਖੁਸ਼ ਹੋਏ ਤੇ ਆਪਣਾ ਕੈਂਠਾ ਭਰੇ ਦਰਬਾਰ ਵਿੱਚ ਸਰਦਾਰ ਹਰੀ ਸਿੰਘ ਨੂੰ ਪਾ ਦਿੱਤਾ। ਮਹਾਰਾਜੇ ਦੇ ਐਡੀ ਕਾਂਗ ਹਜ਼ੂਰੀ ਖਿਦਮਤਗਾਰ ਦੀ ਪਦਵੀ ਦੇ ਦਿੱਤੀ। ਇਸ ਤਰ੍ਹਾਂ 14 ਸਾਲਾਂ ਦੀ ਉਮਰ ਵਿੱਚ ਹੀ ਸਰਦਾਰ ਹਰੀ ਸਿੰਘ ਨੇ ਫੌਜੀ ਜੀਵਨ ਵਿੱਚ ਪ੍ਰਵੇਸ਼ ਕਰ ਲਿਆ। ਥੋੜ੍ਹੇ ਜਿਹੇ ਮਹੀਨਿਆਂ ਪਿੱਛੋਂ ਹੀ ਇੱਕ ਦਿਨ ਸ਼ਿਕਾਰ ਖੇਡਦਿਆਂ ਸਰਦਾਰ ਹਰੀ ਸਿੰਘ ਤੇ ਇੱਕ ਸ਼ੇਰ ਨੇ ਹਮਲਾ ਕਰ ਦਿੱਤਾ ਤੇ ਆਪ ਨੇ ਉਸ ਸ਼ੇਰ ਨੂੰ ਹੱਥਾਂ ਨਾਲ ਹੀ ਜਬਾੜੇ ਤੋਂ ਫੜ ਕੇ ਅਜਿਹਾ ਪਟਕਾ ਦਿੱਤਾ ਕਿ ਉਹ ਜ਼ਮੀਨ 'ਤੇ ਡਿੱਗ ਪਿਆ ਤੇ ਫਿਰ ਤਲਵਾਰ ਨਾਲ ਸ਼ੇਰ ਨੂੰ ਮਾਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਆਪ ਇਹ ਦ੍ਰਿਸ਼ ਦੇਖਿਆ ਤੇ ਇਸੇ ਕਰਕੇ ਸਰਦਾਰ ਹਰੀ ਸਿੰਘ ਦਾ ਉਪਨਾਮ ਨਲਵਾ ਪ੍ਰਸਿੱਧ ਹੋ ਗਿਆ। ਇਸ ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨੂੰ ਸ਼ੇਰਦਿਲ ਰੈਜੀਮੈਂਟ ਦਾ ਜਰਨੈਲ ਨਿਯਤ ਕਰ ਦਿੱਤਾ। 1807 ਵਿੱਚ ਖਾਲਸਾ ਫੌਜ ਨੇ ਕਸੂਰ ਨੂੰ ਫਤਿਹ ਕਰਨ ਲਈ ਚੜ੍ਹਾਈ ਕੀਤੀ। ਕਸੂਰ ਉਸ ਸਮੇਂ ਬਹੁਤ ਸ਼ਕਤੀਸ਼ਾਲੀ ਪਠਾਨ ਰਿਆਸਤ ਸੀ। ਨਵਾਬ ਕੁਤਬਦੀਨ ਖਾਨ ਕਸੂਰੀਆਂ ਨੇ ਮੁਕਾਬਲੇ ਦੀ ਪੂਰੀ ਤਿਆਰੀ ਕੀਤੀ ਹੋਈ ਸੀ, ਜਿਸ ਕਰਕੇ ਇਹ ਲੜਾਈ ਖਾਸ ਮਹੱਤਵਪੂਰਨ ਬਣ ਗਈ। ਸਰਦਾਰ ਹਰੀ ਸਿੰਘ ਨਲਵੇ ਦੇ ਜੀਵਨ ਵਿੱਚ ਪਹਿਲਾ ਮੌਕਾ ਇਸੇ ਜੰਗ ਵਿੱਚ ਲੜਨ ਦਾ ਆਇਆ ਤੇ ਉਹਨਾਂ ਨੇ ਅਜਿਹੀ ਸੂਰਮਗਤੀ ਦਾ ਸਬੂਤ ਦਿੱਤਾ ਕਿ ਸਾਰੀ ਖਾਲਸਾ ਫੌਜ ਤੇ ਸਾਰੇ ਜਰਨੈਲ ਵਾਹ ਕਰ ਉੱਠੇ। ਮਹਾਰਾਜਾ ਰਣਜੀਤ ਸਿੰਘ ਨੇ 30,000 ਰੁਪਏ ਦੀ ਆਮਦਨ ਵਾਲੀ ਜਾਗੀਰ ਆਪ ਨੂੰ ਦੇ ਦਿੱਤੀ। ਮੁਲਤਾਨ ਦੀ ਪਹਿਲੀ ਲੜਾਈ 1810 ਈਸਵੀ ਨੂੰ ਹੋਈ। ਉਸ ਵਿੱਚ ਸਰਦਾਰ ਹਰੀ ਸਿੰਘ ਨੇ ਜੋ ਵੀਰਤਾ ਦਿਖਾਈ ਉਹਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ। ਮੁਲਤਾਨ ਦੇ ਹਾਕਮ ਮੁਜ਼ੱਫਰ ਖਾਨ ਨੇ ਬਹੁਤ ਤਿਆਰੀਆਂ ਕਰਕੇ ਆਪਣੇ ਆਪ ਨੂੰ ਮੁਲਤਾਨ ਦੇ ਮਜ਼ਬੂਤ ਕਿਲੇ ਵਿੱਚ ਬੰਦ ਕਰ ਲਿਆ। ਜਦ ਤੋਪਾਂ ਦੀ ਮਾਰ ਨਾਲ ਵੀ ਕਿਲੇ ਦੀ ਕੰਧ ਨਾ ਡਿੱਗੀ ਤਾਂ ਬਰੂਦ ਨਾਲ ਕੰਧ ਉਡਾਉਣ ਦਾ ਫੈਸਲਾ ਕੀਤਾ ਗਿਆ। ਸਰਦਾਰ ਹਰੀ ਸਿੰਘ ਨਲਵੇ ਨੇ ਆਪਣੇ ਆਪ ਨੂੰ ਪਹਿਲਾਂ ਪੇਸ਼ ਕੀਤਾ ਤੇ ਉਹਨਾਂ ਜਵਾਨਾਂ ਵਿੱਚ ਸ਼ਾਮਲ ਹੋਇਆ ਜੋ ਆਪਣੀ ਜਾਨ ਤਲੀ 'ਤੇ ਰੱਖ ਕੇ ਵਰਦੀਆਂ ਗੋਲੀਆਂ ਵਿੱਚ ਸਾਹਮਣੇ ਛਾਤੀ ਤਾਣ ਕੇ ਕਿਲੇ ਦੀ ਕੰਧ ਤੱਕ ਗਏ ਤੇ ਉਸ ਵਿੱਚ ਬਰੂਦ ਭਰ ਕੇ ਕੰਧ ਨੂੰ ਉਡਾ ਦਿੱਤਾ। ਇਸ ਸਮੇਂ ਸਰਦਾਰ ਹਰੀ ਸਿੰਘ ਨਲਵਾ ਸਖਤ ਜ਼ਖਮੀ ਹੋ ਗਏ। ਆਪ ਦੀ ਵਰਦੀ ਨੂੰ ਅੱਗ ਲੱਗ ਗਈ ਤੇ ਸਰੀਰ ਝੁਲਸ ਗਿਆ, ਪਰ ਜਾਨ ਬਚ ਗਈ। ਮੁਲਤਾਨ ਦੀ ਲੜਾਈ ਜਿੱਤੀ ਗਈ ਤੇ ਸਰਦਾਰ ਹਰੀ ਸਿੰਘ ਨਲਵੇ ਦੀ ਹਰ ਪਾਸੇ ਧਾਕ ਬੈਠ ਗਈ। ਸਿੰਘਾਂ ਤੇ ਅਫਗਾਨਾਂ ਦੀ ਪਹਿਲੀ ਜੰਗ ਸਨ 1813 ਈਸਵੀ ਨੂੰ ਅੜਕ ਦੇ ਮੈਦਾਨ ਵਿੱਚ ਹੋਈ। ਇਸ ਲੜਾਈ ਵਿੱਚ ਸਰਦਾਰ ਹਰੀ ਸਿੰਘ ਨਲਵਾ ਆਪਣੀ ਸਾਰੀ ਸ਼ੇਰਦਿਲ ਰੈਜੀਮੈਂਟ ਸਮੇਤ
ਸ਼ਾਮਲ ਹੋਏ ਤੇ ਵੀਰਤਾ ਦਿਖਾਈ। ਸਾਰੀ ਫੌਜ ਤਾਂ ਆਪ ਦੇ ਨਾਂ ਤੋਂ ਸਦਕੇ ਜਾਣ ਲੱਗ ਪਈ। ਫੌਜ ਵਿੱਚ ਆਪ ਦਾ ਸਤਿਕਾਰ ਇਤਨਾ ਵੱਧ ਗਿਆ ਕਿ ਹਰ ਕੋਈ ਆਪ ਦੇ ਨਾਲ ਰਹਿ ਕੇ ਲੜਨ ਵਿੱਚ ਖੁਸ਼ਕਿਸਮਤੀ ਅਨੁਭਵ ਕਰਦਾ ਸੀ। ਇਸ ਪਿੱਛੋਂ 1818 ਈਸਵੀ ਨੂੰ ਮੁਲਤਾਨ ਖਾਲਸਾ ਰਾਜ ਵਿੱਚ ਸ਼ਾਮਲ ਕਰਨ ਲਈ ਤੇ 1819 ਨੂੰ ਕਸ਼ਮੀਰ ਫਤਿਹ ਕਰਨ ਸਮੇਂ ਹੋਈਆਂ ਲੜਾਈਆਂ ਵਿੱਚ ਵੀ ਸਰਦਾਰ ਹਰੀ ਸਿੰਘ ਨਲਵੇ ਨੇ ਹਿੱਸਾ ਲਿਆ ਤੇ ਯੁੱਧ ਨੀਤੀ ਦਾ ਪ੍ਰਭਾਵ ਪਾਇਆ। ਕਸ਼ਮੀਰ ਫਤਿਹ ਕਰਕੇ ਉੱਥੇ ਵੱਖ-ਵੱਖ ਟਿਕਾਣਿਆਂ ਤੇ ਕੁਝ ਸਮਾਂ ਫੌਜ ਰੱਖੀ ਗਈ ਤੇ ਸਾਰੀ ਫੌਜ ਦੇ ਨਿਗਰਾਨ ਸਰਦਾਰ ਹਰੀ ਸਿੰਘ ਨਲਵਾ ਨਿਯਤ ਕੀਤੇ ਗਏ। 1820 ਈਸਵੀ ਨੂੰ ਸਰਦਾਰ ਹਰੀ ਸਿੰਘ ਨਲਵਾ ਕਸ਼ਮੀਰ ਦੇ ਗਵਰਨਰ ਨਿਯਤ ਕੀਤੇ ਗਏ। 2 ਸਾਲ ਆਪ ਨੇ ਗਵਰਨਰ ਰਹਿ ਕੇ ਇੱਕ ਚੰਗੇ ਪ੍ਰਬੰਧਕ ਹੋਣ ਦਾ ਸਬੂਤ ਦਿੱਤਾ। ਬੜੀ ਸੁਚੱਜਤਾ, ਦਲੇਰੀ, ਬਹਾਦਰੀ ਤੇ ਅਨੇਕਾਂ ਗੁਣਾਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਉਹਨਾਂ ਦੇ ਮਸਲੇ ਹੱਲ ਕੀਤੇ, ਔਂਕੜਾਂ ਦੂਰ ਕਰਵਾਈਆਂ ਤੇ ਆਰਥਿਕ ਹਾਲਤ ਸੁਧਾਰੀ। ਜਿਤਨਾ ਪ੍ਰਬੰਧ ਪਹਿਲਾਂ ਵਿਗੜਿਆ ਹੋਇਆ ਸੀ ਉਹ ਠੀਕ ਕੀਤਾ ਤੇ ਜਦ ਮਹਾਰਾਜਾ ਰਣਜੀਤ ਸਿੰਘ ਨੇ ਨਲਵੇ ਸਰਦਾਰ ਨੂੰ ਵਾਪਸ ਬੁਲਾਇਆ ਤਾਂ ਕਸ਼ਮੀਰੀਆਂ ਨੇ ਰੋਂਦਿਆਂ ਵਿਦਾ ਕੀਤਾ। ਅਨੇਕਾਂ ਦਰਖਾਸਤਾਂ ਲਾਹੌਰ ਆਈਆਂ ਕਿ ਨਲਵੇ ਨੂੰ ਕਸ਼ਮੀਰ ਰਹਿਣ ਦਿੱਤਾ ਜਾਏ। 1822 ਵਿੱਚ ਕਸ਼ਮੀਰ ਤੋਂ ਵਾਪਸ ਆ ਕੇ ਸਰਦਾਰ ਹਰੀ ਸਿੰਘ ਨਲਵੇ ਨੂੰ ਹਜ਼ਾਰੇ ਦੇ ਇਲਾਕੇ ਦਾ ਗਵਰਨਰ ਨਿਯਤ ਕਰ ਦਿੱਤਾ ਗਿਆ। ਇਹ ਉਹ ਇਲਾਕਾ ਸੀ ਜਿਸ ਨੂੰ ਕਾਬੂ ਕਰਨਾ ਅਤ ਕਠਿਨ ਸੀ, ਪਰ ਸਰਦਾਰ ਹਰੀ ਸਿੰਘ ਨਲਵਾ ਨੇ ਬੜੀ ਸਿਆਣਪ ਨਾਲ ਇਸ ਇਲਾਕੇ ਨੂੰ ਠੀਕ ਕਰ ਲਿਆ। 1823 ਵਿੱਚ ਸਰਦਾਰ ਹਰੀ ਸਿੰਘ ਨਲਵਾ ਨੌਸ਼ਹਿਰੇ ਦੀ ਉਸ ਲੜਾਈ ਵਿੱਚ ਵੀ ਫੌਜ ਦੀ ਅਗਵਾਈ ਕਰ ਰਹੇ ਸਨ ਜਿਸ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋ ਗਏ ਸਨ। ਇਸ ਲੜਾਈ ਵਿੱਚ ਫਤਿਹ ਖਾਨ ਬਾਰਕਜਈ ਨੂੰ ਅਜਿਹੀ ਹਾਰ ਦਿੱਤੀ ਕਿ ਉਹ ਫਿਰ ਸਰਦਾਰ ਹਰੀ ਸਿੰਘ ਨਲਵੇ ਦੇ ਨਾਮ ਤੋਂ ਵੀ ਕੰਬਣ ਲੱਗ ਪਿਆ। ਦੇਸ਼ ਦੇ ਸਾਰੇ ਹਮਲੇ ਸੂਬਾ ਸਰਹੱਦ ਵੱਲੋਂ ਹੁੰਦੇ ਸਨ ਤੇ ਉਹ ਪੰਜਾਬ ਤੇ ਭਾਰਤ ਤੇ ਹਮਲਿਆਂ ਦਾ ਰਾਹ ਸੀ। ਸਰਦਾਰ ਹਰੀ ਸਿੰਘ ਨਲਵਾ ਇਸ ਰਾਹ ਤੇ ਰਖਵਾਲਾ ਬਣ ਗਿਆ ਤੇ 1823 ਤੋਂ ਪਿੱਛੋਂ ਆਪਣੀ ਉਮਰ ਦੇ ਆਖਰੀ 14 ਸਾਲ ਇਸੇ ਇਲਾਕੇ ਵਿੱਚ ਬਿਤਾਏ। ਪਹਿਲਾਂ ਪਿਸ਼ਾਵਰ ਫਤਿਹ ਕਰਕੇ ਉੱਥੋਂ ਦੇ ਪਠਾਨ ਹਾਕਮ ਨੂੰ ਦੇ ਦਿੱਤਾ, ਪਰ ਫਿਰ 1834 ਵਿੱਚ ਬਕਾਇਦਾ ਤੌਰ ਤੇ ਪਿਸ਼ਾਵਰ ਵੀ ਪੰਜਾਬ ਰਾਜ ਵਿੱਚ ਸ਼ਾਮਲ ਕਰ ਲਿਆ। ਸੂਬਾ ਸਰਹੱਦ ਵਿੱਚ ਥਾਂ-ਥਾਂ ਕਿਲੇ ਉਸਾਰ ਲਏ ਤੇ ਅੱਗੇ ਵੱਧ ਕੇ ਦਰਾ ਖੈਬਰ ਤੱਕ ਰਾਹ ਰੋਕਣ ਲਈ ਜਮਰੋਦ ਦੇ ਅਸਥਾਨ ਤੱਕ ਕਬਜ਼ਾ ਕਰ ਲਿਆ ਤੇ ਜਮਰੋਦ ਵਿੱਚ ਸ਼ਾਨਦਾਰ ਕਿਲਾ ਉਸਾਰ ਕੇ ਉਸ ਤੇ ਖਾਲਸਾਈ ਨਿਸ਼ਾਨ ਝੁਲਾ ਦਿੱਤਾ। 1837 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕੰਵਰ ਨਿਹਾਲ ਸਿੰਘ ਦੇ ਵਿਆਹ ਕਰਕੇ ਬਹੁਤ ਸਾਰੀ ਫੌਜ ਤੇ ਮੁਖੀ ਲਾਹੌਰ ਆ ਗਏ। ਸਰਦਾਰ ਹਰੀ ਸਿੰਘ ਨਲਵਾ ਪਿਸ਼ਾਵਰ ਵਿੱਚ ਬਿਮਾਰ ਪੈ ਗਏ। ਇਹ ਦੇਖ ਕੇ ਅਫਗਾਨਾਂ ਨੇ ਜਮਰੋਦ ਦੇ ਕਿਲੇ ਤੇ ਹਮਲਾ ਕਰ ਦਿੱਤਾ, ਜਿੱਥੇ ਸਰਦਾਰ ਮਹਾਂ ਸਿੰਘ ਕੁਝ ਸੌ ਜਵਾਨਾਂ ਨਾਲ ਠਹਿਰੇ ਹੋਏ ਸਨ। ਜਦ ਸਰਦਾਰ ਹਰੀ ਸਿੰਘ ਨੂੰ ਇਸ ਹਮਲੇ ਦੀ ਸੂਚਨਾ ਮਿਲੀ ਤਾਂ ਬਿਮਾਰੀ ਦੀ ਪਰਵਾਹ ਨਾ ਕਰਦਿਆਂ ਦੇਸ਼ ਦੀ ਰਾਖੀ ਤੇ ਕੌਮੀ ਅਣਖ ਦੀ ਖਾਤਰ ਉੱਠ ਕੇ ਜਮਰੋਦ ਵੱਲ ਚੱਲ ਪਏ ਤੇ ਇੱਥੇ ਆ ਕੇ ਦੁਸ਼ਮਣ ਨੂੰ ਮਾਰ ਭਜਾਇਆ। ਪਰ ਆਪ ਵੀ ਇੱਕ ਪਹਾੜੀ ਦੇ ਪੱਥਰ ਓਹਲੇ ਲੁਕੇ ਪਠਾਨ ਦੀਆਂ ਗੋਲੀਆਂ ਲੱਗਣ ਨਾਲ ਸ਼ਹੀਦ ਹੋ ਗਏ। ਜਮਰੋਦ ਦੇ ਕਿਲੇ ਦੇ ਵਿੱਚ ਆਪ ਦੀ ਸਮਾਧ ਹੈ। ਦੂਜੀ ਸਮਾਧ ਆਪ ਦੀ ਸਰਦਾਰਨੀ ਨੇ ਕੁਝ ਵਿਭੂਤੀ ਲਿਜਾ ਕੇ ਗੁਜਰਾਂਵਾਲੇ ਵਿੱਚ ਬਣਾਈ। ਸਰਦਾਰ ਹਰੀ ਸਿੰਘ ਨਲਵੇ ਦੀਆਂ ਮੱਲਾਂ, ਬਹਾਦਰੀ, ਸੂਰਮਗਤੀ ਤੇ ਜੰਗ ਵਿੱਚ ਦਿਖਾਏ ਕਮਾਲ ਦੇਖ ਕੇ ਹਰ ਆਦਮੀ ਦਾ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ। ਸਰਦਾਰ ਹਰੀ ਸਿੰਘ ਵਰਗੇ ਦਲੇਰ ਆਗੂ ਦੀ ਕੌਮ ਤੇ ਦੇਸ਼ ਨੂੰ ਸਦਾ ਲੋੜ ਹੈ ਤੇ ਸਦਾ ਰਹੇਗੀ।